देखो एक ईमानदार मुख मंत्री बनया ते किन्ना खौफ आ मुलाजमां दे विच। सारे मुलाजम सिद्धे होए पए आ ईमानदारी अगे। ਤੁਸੀਂ ਰਜਿਸਟਰੀ ਕਰਵਾਉਣ ਲਈ ਗਏ ਸੀ ਤਹਿਸੀਲ ਦੇ ਵਿੱਚ, ਕੀ ਕੁਝ ਪਹਿਲਾਂ ਹੁੰਦਾ ਸੀ ਤੇ ਕੀ ਕੁਝ ਬਦਲਾਅ ਤੁਹਾਨੂੰ ਦਿਖਿਆ? ਸਭ ਤੋਂ ਪਹਿਲੀ ਚੇਂਜ ਤਾਂ ਦੇਖੀ ਕਿ ਤਹਿਸੀਲਦਾਰ ਸਾਹਿਬ 9 ਵਜੇ ਕੁਰਸੀ ਤੇ ਪ੍ਰੋਪਰ ਟਾਈਮ ਤੇ ਬੈਠੇ ਸੀ, ਜਿਹੜੇ ਅੱਗੇ 12-1 ਵਜੇ ਬੈਠਦੇ ਸੀ। ਬਾਈ ਜੀ ਰਜਿਸਟਰੀ कराई ਉਹੀ ਤਹਿਸੀਲਦਾਰ ਜਿਹੜਾ ਅੱਗੇ ਰਜਿਸਟਰੀ ਦੇ 5000 7000 8000 ਤੋਂ ਘੱਟ ਰਿਸ਼ਵਤ ਨਹੀਂ ਸੀ ਲੈਂਦਾ ਤੇ ਪੈਸੇ ਲੈ ਕੇ ਵੀ ਲੋਕਾਂ ਨੂੰ ਅੱਖਾਂ ਦਿਖਾਉਂਦਾ ਸੀ। ਅੱਜ ਉਹੀ ਤਹਿਸੀਲਦਾਰ ਨੀਵੀਂ ਪਾਈ ਬੈਠਾ ਸੀ, ਬਿਨਾਂ ਪੈਸੇ ਤੋਂ ਰਜਿਸਟਰੀ ਕੀਤੀ ਤੇ ਅੱਜ ਨਾਲ ਦੀ ਨਾਲ ਹੀ ਰਜਿਸਟਰੀਆਂ ਦੇਈ ਜਾਂਦੇ ਆ। ਜਦੋਂ ਇਹ ਰਜਿਸਟਰੀ ਕਰਕੇ ਬਾਹਰ ਨਿਕਲੇ ਤੇ ਪਹਿਲਾਂ ਵਾਂਗੀ ਵੀ ਚਲੋ ਰਜਿਸਟਰੀ ਹੋ ਗਈ, ਇਹ ਤਾਂ 3-4 ਦਿਨ ਬਾਅਦ ਮਿਲਣੀ ਹੈ, ਤੇ ਉਹਨਾਂ ਨੇ ਆਵਾਜ਼ ਮਾਰੀ ਮਗਰੋਂ ਕਿ ਬਾਈ ਜੀ ਰਜਿਸਟਰੀ ਲੈ ਕੇ ਜਾਇਓ ਹੁਣੇ। ਬਿਲਕੁਲ, ਤੁਹਾਡੀ ਆਡੀਓ ਨੂੰ ਲੈ ਕੇ ਕੇਜਰੀਵਾਲ ਸਾਹਿਬ ਨੇ ਵੀ ਟਵੀਟ ਕੀਤਾ ਹੈ। ਉਹੀ ਚੰਬਾ ਦੇਖ ਕੇ ਜੀ ਮੈਂ ਆਡੀਓ ਖੁਸ਼ੀ ਦੇ ਵਿੱਚ ਮੈਂ ਆਡੀਓ ਪਾਈ ਯਾਰ ਉਹੀ ਸਿਸਟਮ ਆ, ਉਹੀ ਸਿਸਟਮ ਇੱਕ ਦਿਨ 'ਚ ਕਿਵੇਂ ਬਦਲ ਗਿਆ। ਜਿਹੜੇ ਸੜਕ ਬਣਾਉਂਦੇ ਆ PWD ਡਿਪਾਰਟਮੈਂਟ, ਮੰਡੀ ਬੋਰਡ, ਕਿ ਜਿਹੜੇ ਅਫਸਰ ਨੇ ਸੜਕ ਨੀਵੀਂ ਬਣਾਈ ਜਾਂ ਉਹਦਾ ਮਟੀਰੀਅਲ ਘਟੀਆ ਵਰਤਿਆ, ਉਹਨਾਂ ਨੂੰ ਡਿਸਮਿਸ ਕਰੋ, ਸਸਪੈਂਡ ਨਾਲ ਗੱਲ ਨਹੀਂ ਬਣਨੀ ਤੇ ਨਵਿਆਂ ਨੂੰ ਮੌਕੇ ਦਿਓ। ਫਿਰ ਮੈਂ ਪਟਵਾਰਖਾਨੇ ਮੋਗਾ ਮਹਿਲਾ ਸਿੰਘ ਗਿਆ ਜੀ, ਉੱਥੇ ਮੈਂ ਦੇਖਿਆ ਕਿ ਪਟਵਾਰੀਆਂ ਨੇ ਆਪਣੀ ਖਿੜਕੀ ਦੇ ਅੱਗੇ ਲਿਖ ਕੇ ਲਾਇਆ ਹੋਇਆ ਇੰਤਕਾਲ ਦੀ ਫੀਸ 600 ਔਰ ਜਮਾਬੰਦੀ ਦੀ ਫੀਸ 25 ਰੁਪਏ ਤੇ ਰਿਸ਼ਵਤ ਦੇਣਾ ਇੱਥੇ ਮਨਾ ਹੈ। ਮੈਡੀਕਲ ਸ਼ਾਪਾਂ ਤੇ ਕੋਈ ਦਵਾਈਆਂ ਦਾ ਕੰਟਰੋਲ ਨਹੀਂ, ਇੱਕ ਪੱਤੇ ਦੇ 80 ਰੁਪਏ ਪ੍ਰਿੰਟ ਆ, ਉਹ 10 ਰੁਪਏ ਦਾ ਆਉਂਦਾ। ਦੇਖੋ ਪਹਿਲਾਂ 100 ਵਾਟ ਦਾ ਬਲਬ ਹੁੰਦਾ ਸੀ, ਉਸ ਤੋਂ ਬਾਅਦ CLF ਆ ਗਏ ਜਿਹੜੇ ਕਹਿੰਦੇ ਬਹੁਤ ਘੱਟ ਲਾਈਟ ਖਾਂਦੇ ਆ, ਬਿੱਲ ਉਦੋਂ ਦੁੱਗਣੇ ਤਿੱਗਣੇ ਆਉਣ ਲੱਗ ਗਏ। MLA ਵੀ ਰੋਂਦੇ ਰਹੇ, ਪਿੱਟਦੇ ਰਹੇ, ਸਾਡੀ ਸੁਣਵਾਈ ਨਹੀਂ ਹੁੰਦੀ। ਜਦੋਂ ਦੇਖੋ ਇੱਕ MLA ਦੀ ਸੁਣਵਾਈ ਨਹੀਂ ਹੁੰਦੀ ਤੇ ਆਮ ਲੋਕਾਂ ਨੂੰ ਤੁਸੀਂ ਕਿਵੇਂ ਸੋਚ ਸਕਦੇ ਆ ਵੀ ਇੱਕ ਆਮ ਲੋਕ ਦੀ ਸੁਣਵਾਈ ਹੋ ਜੂ। ਸਭ ਤੋਂ ਵੱਡਾ ਅਹਿਮ ਮਸਲਾ ਕਿਹੜਾ ਮੁੱਦਾ ਹੈ ਜਿਹਨੂੰ ਤੁਰੰਤ ਹੱਲ ਕਰਨ ਦੀ ਲੋੜ ਹੈ, ਜਿਹਦੇ ਤੇ ਬਹੁਤ ਜ਼ੋਰ ਦਿੱਤੇ ਜਾਣ ਦੀ ਲੋੜ ਹੈ? ਅਸੀਂ ਗਊ ਸੈਸ ਦਿੰਦੇ ਆ, ਜਦੋਂ ਬਿਜਲੀ ਬਿੱਲ ਆਉਂਦੇ ਆ ਅਸੀਂ ਸਾਡੇ ਤੇ ਗਊ ਸੈਸ ਲਾਇਆ ਗਿਆ ਅਵਾਰਾ ਪਸ਼ੂਆਂ ਨੂੰ ਕੰਟਰੋਲ ਕਰਨ ਵਾਸਤੇ, ਸਾਂਭਣ ਵਾਸਤੇ। ਉਹ ਗਊ ਸੈਸ ਕਿੱਥੇ ਜਾਂਦਾ? ਸਤਿ ਸ਼੍ਰੀ ਅਕਾਲ, ਮੈਂ ਤੁਹਾਡੇ ਨਾਲ ਜਸਮੀਤ। ਡੇਲੀ ਪੋਸਟ ਵੇਖਣ ਵਾਲੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ, 90 ਤੋਂ ਵੱਧ ਸੀਟਾਂ ਆਮ ਆਦਮੀ ਪਾਰਟੀ ਨੂੰ ਮਿਲਦੀਆਂ ਨੇ। ਵੱਡਾ ਮੈਂਡੇਟ, ਵੱਡਾ ਫਤਵਾ ਲੋਕ ਆਮ ਆਦਮੀ ਪਾਰਟੀ ਨੂੰ ਦਿੰਦੇ ਨੇ, ਇੱਕ ਉਮੀਦ ਦੇ ਨਾਲ ਕਿ ਹੁਣ ਬਦਲਾਓ ਆਏਗਾ, ਕੁਝ ਚੀਜ਼ਾਂ ਬਦਲਣਗੀਆਂ। ਤੇ ਹੁਣ ਬਦਲਾਓ ਸ਼ੁਰੂ ਹੋ ਗਿਆ। ਇੱਕ ਆਡੀਓ ਵਾਇਰਲ ਹੋ ਰਹੀ ਹੈ ਬੀਤੇ ਕੁਝ ਦਿਨਾਂ ਤੋਂ। ਇੱਕ ਵਿਅਕਤੀ ਦੀ ਇਹ ਆਡੀਓ ਜਿਸ ਦਾ ਨਾਮ ਹੈ ਸਵਰਨ ਸਿੰਘ ਗਿੱਲ। ਬਦਲਾਅ ਦੀਆਂ ਗੱਲਾਂ ਕਰਦੇ ਨੇ, ਰਜਿਸਟਰੀ ਕਰਵਾਉਣ ਚਾਹੁੰਦੇ ਨੇ ਤੇ ਝੱਟ ਦੀ ਰਜਿਸਟਰੀ ਹੋ ਜਾਂਦੀ ਹੈ, ਕੋਈ ਰਿਸ਼ਵਤ ਵੀ ਉਹਨਾਂ ਨੂੰ ਨਹੀਂ ਦੇਣੀ ਪੈਂਦੀ। ਕਿਸ ਤਰ੍ਹਾਂ ਦੇ ਨਾਲ ਇਹ ਸਭ ਚੀਜ਼ਾਂ ਹੋਣ ਲੱਗੀਆਂ ਨੇ, ਸਾਡੇ ਨਾਲ ਸਵਰਨ ਸਿੰਘ ਜੀ ਮੌਜੂਦ ਨੇ, ਗੱਲਬਾਤ ਕਰਦੇ ਹਾਂ। ਬਹੁਤ ਬਹੁਤ ਸਵਾਗਤ ਹੈ ਜੀ। ਧੰਨਵਾਦ ਜੀ, ਡੇਲੀ ਪੋਸਟ ਪੰਜਾਬੀ ਦਾ ਬਹੁਤ ਬਹੁਤ ਧੰਨਵਾਦ ਜੀ। ਸਵਰਨ ਜੀ, ਮੇਰਾ ਪਹਿਲਾ ਸਵਾਲ ਕਿ ਤੁਸੀਂ ਰਜਿਸਟਰੀ ਕਰਵਾਉਣ ਲਈ ਗਏ ਸੀ ਤਹਿਸੀਲ ਦੇ ਵਿੱਚ, ਕੀ ਕੁਝ ਪਹਿਲਾਂ ਹੁੰਦਾ ਸੀ ਤੇ ਕੀ ਕੁਝ ਬਦਲਾਅ ਤੁਹਾਨੂੰ ਦਿਖਿਆ? ਹਾਂਜੀ, ਜਿਹੜਾ ਮੈਂ ਤੁਸੀਂ ਕੁਐਸਚਨ ਕੀਤਾ ਕਿ ਚੇਂਜ ਭਾਵਨਾ ਕੀ ਦੇਖਿਆ, ਜਦੋਂ ਮੈਡਮ ਮੈਂ ਤਹਿਸੀਲ 'ਚ ਗਿਆ ਤੇ ਉੱਥੇ ਚੇਂਜ ਦੇਖੀ। ਸਭ ਤੋਂ ਪਹਿਲੀ ਚੇਂਜ ਤਾਂ ਦੇਖੀ ਕਿ ਤਹਿਸੀਲਦਾਰ ਸਾਹਿਬ 9 ਵਜੇ ਕੁਰਸੀ ਤੇ ਪ੍ਰੋਪਰ ਟਾਈਮ ਤੇ ਬੈਠੇ ਸੀ, ਜਿਹੜੇ ਅੱਗੇ 12-1 ਵਜੇ ਬੈਠਦੇ ਸੀ। ਜਦੋਂ ਲੋਕਾਂ ਦਾ ਉੱਥੇ ਰਸ਼ ਹੋ ਜਾਂਦਾ ਸੀ, 100-150 ਬੰਦਾ ਇਕੱਠਾ ਹੋ ਜਾਂਦਾ ਸੀ, ਉਦੋਂ ਰਜਿਸਟਰੀ ਕਰਨ ਆਉਂਦੇ ਸੀ ਤੇ ਘੱਟੋ ਘੱਟ 2 ਘੰਟੇ ਰਜਿਸਟਰੀ ਕਰਨ ਨੂੰ ਲੱਗ ਜਾਂਦੇ ਸੀ। ਤੇ 9 ਵਜੇ ਦੇਖ ਕੇ ਵੀ ਬੈਠੇ ਤਹਿਸੀਲਦਾਰ ਪ੍ਰੋਪਰ ਟਾਈਮ ਤੇ, ਮਨ ਖੁਸ਼ ਹੋਇਆ ਤੇ 5 ਮਿੰਟ ਦੇ ਵਿੱਚ ਰਜਿਸਟਰੀ ਹੋ ਗਈ। ਜਦੋਂ ਅਸੀਂ ਰਜਿਸਟਰੀ ਕਰਕੇ ਬਾਹਰ ਨਿਕਲੇ ਤੇ ਪਹਿਲਾਂ ਵਾਂਗੀ ਵੀ ਚਲੋ ਰਜਿਸਟਰੀ ਹੋ ਗਈ, ਇਹ ਤਾਂ 3-4 ਦਿਨ ਬਾਅਦ ਮਿਲਣੀ ਹੈ, ਤੇ ਉਹਨਾਂ ਨੇ ਆਵਾਜ਼ ਮਾਰੀ ਮਗਰੋਂ ਕਿ ਬਾਈ ਜੀ ਰਜਿਸਟਰੀ ਲੈ ਕੇ ਜਾਇਓ ਹੁਣੇ। ਮੈਂ ਕਿਹਾ ਜੀ ਅੱਜ ਹੀ? ਕਹਿੰਦੇ ਹਾਂਜੀ ਹੁਣੇ ਨਾਲ ਹੀ ਲੈ ਜਾਓ। ਔਰ ਉਹਨਾਂ ਜੀ ਵਿਦਨ 2 ਮਿੰਟ ਦੇ ਵਿੱਚ ਹੀ ਉਹ ਰਜਿਸਟਰੀ, ਓਰੀਜਨਲ ਰਜਿਸਟਰੀ ਸਾਨੂੰ ਫੜਾਤੀ। ਪਹਿਲਾਂ ਤਾਂ ਮੈਨੂੰ ਉੱਥੋਂ ਚੰਬਾ ਜਿਹਾ ਲੱਗਿਆ ਵੀ ਰਜਿਸਟਰੀ ਵੀ ਹੁਣੇ ਮਿਲ ਗਈ, ਤਹਿਸੀਲਦਾਰ ਸਾਹਿਬ ਵੀ 9 ਵਜੇ ਬੈਠੇ ਆ। ਉਸ ਤੋਂ ਬਾਅਦ ਹੀ ਉਹਨਾਂ ਨੇ ਟੋਕਨ ਦਿੱਤਾ ਸਾਨੂੰ ਲਾਈਨ ਵਾਈਜ਼, ਉਹ ਵੀ ਦੇਖ ਕੇ ਚੰਬਾ ਲੱਗਿਆ ਕਿ ਅੱਗੇ ਉੱਥੇ ਜਿਹੜੇ ਜਿਨ੍ਹਾਂ ਦਾ ਜ਼ੋਰ ਚੱਲਦਾ ਸੀ ਜਾਂ ਕੋਈ ਸਿਫਾਰਸ਼ੀ ਸੀ, ਉਹ ਆਪਣੀ ਰਜਿਸਟਰੀ ਪਹਿਲਾਂ ਕਰਾ ਜਾਂਦੇ ਸੀ। ਜਿਨ੍ਹਾਂ ਦਾ ਕੋਈ ਜ਼ੋਰ ਨਹੀਂ ਸੀ ਚੱਲਦਾ, ਉਹਨਾਂ ਨੂੰ 2-2 ਘੰਟੇ ਖੜ੍ਹਨਾ ਪੈਂਦਾ ਸੀ। ਔਰ ਬਾਹਰ ਸਕਰੀਨ ਮੈਂ ਲੱਗੀ ਦੇਖੀ ਕਿ ਮੈਨੂੰ ਟੋਕਨ ਦਿੱਤਾ ਤੇ ਮੇਰੀ ਜਿਹੜੀ ਵਾਰੀ ਆ ਟੋਕਨ ਦੇ ਨਾਲ ਹੀ 5 ਮਿੰਟਾਂ 'ਚ ਹੀ ਆ ਗਈ।
ਇਹ ਚੇਂਜ ਦੇਖ ਕੇ ਬੜਾ ਮਨ ਖੁਸ਼ ਹੋਇਆ ਵੀ ਹਜੇ ਤਾਂ ਭਗਵੰਤ ਜੀ ਨੇ ਕੱਲ ਹੀ ਸਹੁੰ ਚੁੱਕੀ ਸੀ ਤੇ ਅੱਜ ਹੀ ਨਹੀਂ ਬਦਲਾਅ ਸ਼ੁਰੂ ਹੋ ਗਿਆ। ਉਹ ਮੈਂ ਚੇਂਜ ਦੇਖ ਕੇ ਇੱਕਦਮ ਮੈਂ ਆਡੀਓ ਮੈਂ ਆਪਣੀ ਪਾਤੀ ਤੇ ਉਹ ਬਹੁਤ ਜ਼ਿਆਦਾ ਵਾਇਰਲ ਹੋ ਗਈ। ਫਿਰ ਮੈਂ ਪਟਵਾਰਖਾਨੇ ਮੋਗਾ ਮਹਿਲਾ ਸਿੰਘ ਗਿਆ ਜੀ, ਉੱਥੇ ਮੈਂ ਦੇਖਿਆ ਕਿ ਪਟਵਾਰੀਆਂ ਨੇ ਆਪਣੀ ਖਿੜਕੀ ਦੇ ਅੱਗੇ ਲਿਖ ਕੇ ਲਾਇਆ ਹੋਇਆ ਇੰਤਕਾਲ ਦੀ ਫੀਸ 600 ਔਰ ਜਮਾਬੰਦੀ ਦੀ ਫੀਸ 25 ਰੁਪਏ ਤੇ ਰਿਸ਼ਵਤ ਦੇਣਾ ਇੱਥੇ ਮਨਾ ਹੈ। ਪਟਵਾਰੀ ਦਾ ਨਾਮ ਲਿਖਿਆ, ਆਪਣਾ ਥੱਲੇ ਫੋਨ ਨੰਬਰ ਲਿਖਿਆ। ਉਹ ਜਿਹੜਾ ਕਿ ਅਸੀਂ ਕਦੇ ਸੋਚ ਨਹੀਂ ਸੀ ਸਕਦੇ ਵੀ ਇਦਾਂ ਵੀ ਹੋ ਸਕਦਾ। ਫਿਰ ਇਹ ਚੇਂਜ ਦੇਖ ਕੇ ਮਨ ਬਹੁਤ ਖੁਸ਼ ਹੋਇਆ ਤੇ ਔਰ ਤੁਸੀਂ ਬਲੀਵ ਨਹੀਂ ਕਰਨਾ ਕਿ 4 ਦਿਨ ਤੋਂ ਕੰਟੀਨਿਊਸ ਕਾਲਾਂ ਆ ਰਹੀਆਂ ਔਰ ਮੈਂ ਸਾਰਿਆਂ ਵੀਰਾਂ ਦਾ ਤੋਂ ਮਾਫੀ ਵੀ ਮੰਗਦਾ ਕਿ ਮੈਂ ਇੰਨੀਆਂ ਕਾਲਸ ਨਹੀਂ ਚੱਕ ਸਕਦਾ ਕੰਟੀਨਿਊ 48 ਘੰਟੇ ਕਾਲ ਫੋਨ ਤੇ ਫੋਨ ਵੱਜ ਰਿਹਾ, ਮੈਨੂੰ ਫੋਨ ਬੰਦ ਵੀ ਕਰਨਾ ਪਿਆ, ਇੰਨਾ ਮੈਂ ਬੋਲ ਨਹੀਂ ਸੀ ਸਕਦਾ। ਵਰਲਡ ਵਾਈਜ਼ ਮੈਨੂੰ ਫੋਨ ਆਏ ਕਿ ਲੋਕ ਅਚੰਭੇ ਦੇ ਵਿੱਚ ਸੀ ਕਿ ਇਦਾਂ ਹੋ ਗਿਆ, ਕੀ ਇਹ ਗੱਲ ਸੱਚ ਆ? ਮੈਂ ਕਿਹਾ ਸੱਚ ਆ। ਤੇ ਭਗਵੰਤ ਮਾਨ ਜੀ ਤੋਂ ਉਮੀਦਾਂ ਬਹੁਤ ਨੇ ਤੇ ਅਰਦਾਸ ਕਰਦੇ ਆ ਵੀ ਇਸੇ ਤਰ੍ਹਾਂ ਹੀ ਚੱਲੇ ਸਿਸਟਮ। ਫੇਰ ਸਵਾਦ ਦੀ ਗੱਲ ਆ ਕਿ ਇਹ ਨਾ ਹੋਵੇ ਵੀ 2-4 ਮਹੀਨੇ ਇਸੇ ਤਰ੍ਹਾਂ ਚੱਲੇ ਤੇ ਅੱਗੇ ਵਾਂਗੂ ਫੇਰ ਉਵੇਂ ਹੀ ਕੰਮ ਚੱਲ ਪਏ। ਇਹ ਹੁਣ ਸਮਾਂ ਦੱਸੂਗਾ ਜੀ ਆਉਣ ਵਾਲਾ ਇਹ ਸਿਸਟਮ ਕਿਸ ਤਰ੍ਹਾਂ ਚੱਲਦਾ। ਪਰ ਮਨ ਕਹਿੰਦਾ ਵੀ ਜਦੋਂ ਆਮ ਸਰਕਾਰਾਂ ਅੱਗੇ ਆਉਂਦੀਆਂ ਸੀ 4.5 ਸਾਲ ਕੁਛ ਨਹੀਂ ਸੀ ਕਰਦੀਆਂ, ਅਖੀਰਲੇ 6 ਮਹੀਨੇ ਕੰਮ ਕਰਦੀਆਂ ਸੀ ਤਾਂ ਕਿ ਲੋਕਾਂ ਨੂੰ ਤਾਜ਼ਾ ਕੰਮ ਯਾਦ ਰਵੇ ਤੇ ਸਾਨੂੰ ਵੋਟਾਂ ਮਿਲਣ। ਪਰ ਭਗਵੰਤ ਮਾਨ ਜੀ ਨੇ ਸਟਾਰਟਿੰਗ ਹੀ ਪਹਿਲੇ ਦਿਨ ਤੋਂ ਹੀ ਇਹ ਸਟੈਪ ਚੱਕ ਲਿਆ। ਪਹਿਲਾ ਸਟੈਪ ਸਭ ਤੋਂ ਵੱਡਾ ਉਹਨਾਂ ਨੇ ਚੱਕਿਆ ਜੀ, ਜਿਨ੍ਹਾਂ ਕਿਸਾਨਾਂ ਦੀਆਂ ਫਸਲਾਂ ਸੁੰਡੀ ਦੇ ਨਾਲ ਮਰੀਆਂ ਉਹਨਾਂ ਵਾਸਤੇ 1 ਅਰਬ 1 ਕਰੋੜ ਰੁਪਈਆ ਜਾਰੀ ਕਰਤਾ। ਬਹੁਤ ਵੱਡੀ ਗੱਲ ਆ ਜੀ, ਕਿਸੇ ਸਰਕਾਰ ਨੇ ਇੰਨੀ ਲੋਕਾਂ ਕਿਸਾਨਾਂ ਨੂੰ ਰਾਹਤ ਨਹੀਂ ਦਿੱਤੀ। 2 ਨੰਬਰ 25,000 ਨੌਕਰੀਆਂ ਉਹਨਾਂ ਨੇ ਅਲਾਉਂਸ ਕਰਤੀਆਂ। ਹਾਂ 25,000 ਨੌਕਰੀਆਂ ਅਲਾਉਂਸ ਕਰਤੀਆਂ। ਮੈਂ ਭਗਵੰਤ ਮਾਨ ਜੀ ਜੇ ਤੁਸੀਂ ਸੁਣਦੇ ਹੋ ਤਾਂ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਕਿ ਜਿਹੜੇ 15 ਸਾਲ ਤੋਂ ਕੱਚੇ ਮੁਲਾਜ਼ਮ ਸੜਕਾਂ ਤੇ ਰੋਲਦੇ ਫਿਰਦੇ ਆ, ਧਰਨੇ ਲਾਉਂਦੇ ਫਿਰਦੇ ਆ, ਉਹਨਾਂ ਨੂੰ ਪਹਿਲ ਦਿਓ। ਬਿਲਕੁਲ, ਆਪਾਂ ਇੱਕ ਵਾਰ ਫਿਰ ਉਸੇ ਗੱਲ ਤੇ ਆਏ ਨੇ ਕਿ ਤੁਸੀਂ ਜਦੋਂ ਰਜਿਸਟਰੀ ਕਰਵਾਈ ਤੁਹਾਨੂੰ ਲੱਗਿਆ ਕਿ ਬੜੀ ਛੇਤੀ ਰਜਿਸਟਰੀ ਮਿਲ ਗਈ। ਅਚੰਭਾ 'ਚ ਨਹੀਂ ਹੋਇਆ ਵੀ ਉਹੀਓ ਆਫਿਸ ਹੈ, ਉਹੀਓ ਤਹਿਸੀਲ ਹੈ ਜਿੱਥੇ ਪਹਿਲਾਂ ਵੀ ਕੰਮ ਕਰਵਾਉਣ ਆਉਂਦੇ ਹੁੰਦੇ ਸੀ ਤੇ ਫੱਟ ਦਿਨੇ ਕੰਮ ਹੋ ਗਿਆ, ਪਹਿਲਾਂ ਇੰਨਾ ਚਿਰ ਲਟਕਦੇ ਹੀ ਰਹਿੰਦੇ ਸੀਗੇ? ਉਹੀ ਚੰਬਾ ਦੇਖ ਕੇ ਜੀ ਮੈਂ ਆਡੀਓ ਖੁਸ਼ੀ ਦੇ ਵਿੱਚ ਮੈਂ ਆਡੀਓ ਪਾਈ ਯਾਰ ਉਹੀ ਸਿਸਟਮ ਆ, ਉਹੀ ਸਿਸਟਮ ਇੱਕ ਦਿਨ 'ਚ ਕਿਵੇਂ ਬਦਲ ਗਿਆ, ਕਿਵੇਂ ਉਹੀ ਅਫਸਰ ਟਾਈਮ ਤੇ ਬੈਠਣ ਲੱਗ ਗਿਆ, ਉਹੀ ਰਜਿਸਟਰੀ ਨਾਲ ਮਿਲਣ ਲੱਗ ਗਈ, ਉਹੀ ਬੋਰਡ ਲੱਗ ਗਏ ਕਿ ਇੱਥੇ ਰਿਸ਼ਵਤ ਦੇਣਾ ਮਨਾ ਹੈ। ਪਹਿਲਾਂ ਵੀ ਇਹ ਹੋ ਸਕਦਾ ਸੀ। ਰਜਿਸਟਰੀ ਸੀ ਕਾਦੀ? ਘਰ ਦੀ, ਦੁਕਾਨ ਦੀ, ਪਲਾਟ? ਹਾਂਜੀ ਪਲਾਟ ਦੀ ਰਜਿਸਟਰੀ ਸੀ ਤੇ ਇਹ ਸਭ ਕੁਝ ਬਦਲਾਅ ਦੇਖ ਕੇ ਬੜਾ ਮਨ ਨੂੰ ਜਾਨੀ ਖੁਸ਼ੀ ਜੀ ਹੋਈ ਤੇ ਹੁਣ ਬਦਲਾਅ ਹੋਰ ਵੀ ਬਹੁਤ ਕਰਨ ਦੀ ਲੋੜ ਆ। ਸੋ ਉਮੀਦ ਆ ਮੈਨੂੰ ਵੀ ਭਗਵੰਤ ਮਾਨ ਜੀ ਦੀ ਅਗਵਾਈ ਦੇ ਵਿੱਚ ਇਹ ਬਦਲਾਅ ਆਊਗਾ, ਬਾਕੀ ਸਮਾਂ ਦੱਸੂਗਾ। ਬਾਕੀ ਜਿਵੇਂ ਕੇਜਰੀਵਾਲ ਜੀ ਨੇ ਆਪਣੇ MLAs ਨੂੰ ਕਿਹਾ ਕਿ SSP ਲਾਉਣੇ ਆ, DC ਲਾਉਣੇ ਆ, ਉਹਨਾਂ ਦੇ ਵਿੱਚ ਇੰਟਰਫੇਅਰ ਨਾ ਕੀਤਾ ਜਾਵੇ, ਉਹਨਾਂ ਨੂੰ ਫ੍ਰੀ ਮਾਈਂਡ ਕੀਤਾ ਜਾਵੇ ਜੀ, ਫ੍ਰੀ ਜੋ ਆਪਦੀ ਉਹ ਇਨਸਾਫ ਸਹੀ ਇਨਸਾਫ ਕਰਨ, ਤੁਹਾਡੇ ਤੇ ਪ੍ਰੈਸ਼ਰ ਕੋਈ ਨਹੀਂ ਹੋਊਗਾ। ਤੇ ਮੈਨੂੰ ਲੱਗਦਾ ਵੀ ਕੋਈ ਮੁਲਾਜ਼ਮ ਵੀ ਐਸਾ ਨਹੀਂ ਹੈ ਤੇ ਜਿਹੜਾ ਕੋਈ ਗਲਤ ਕੰਮ ਕਰੂਗਾ, ਜੋ ਕਰਵਾਏ ਨਾ ਜਾਣਗੇ ਉਹ ਕਿਵੇਂ ਕਰਨਗੇ। ਜੇ ਉਹਨਾਂ ਫ੍ਰੀ ਮਾਈਂਡ ਕੀਤਾ ਜਾਊਗਾ ਉਹ ਆਪਣੀ ਡਿਊਟੀ ਬਖੂਬੀ ਨਿਭਾਉਣਗੇ, ਇਹ ਉਮੀਦ ਆ ਪੂਰੀ। ਤੇ ਬਾਕੀ ਹੁਣ ਸਮਾਂ ਦੱਸੂਗਾ ਜੀ। ਬਿਲਕੁਲ, ਜਦ ਤੁਸੀਂ ਉੱਥੇ ਤੁਹਾਡਾ ਕੰਮ ਹੋ ਗਿਆ, ਰਜਿਸਟਰੀ ਹੋ ਗਈ, ਜਿਹੜੇ ਹੋਰ ਵੀ ਲੋਕ ਆਏ ਸੀ ਰਜਿਸਟਰੀਆਂ ਕਰਵਾਉਣ, ਉਹਨਾਂ ਦੇ ਨਾਲ ਵੀ ਤੁਸੀਂ ਗੱਲ ਕੀਤੀ? ਹਾਂਜੀ ਹਾਂ, ਸਾਰੇ ਬਹੁਤ ਖੁਸ਼ ਸੀ ਜੀ ਤੇ ਲੋਕ ਬਹੁਤ ਖੁਸ਼ ਸੀ ਵੇਖ ਕੇ, ਹੈਰਾਨਗੀ ਵੀ 5 ਮਿੰਟਾਂ 'ਚ ਰਜਿਸਟਰੀ ਹੋ ਗਈ, ਰਜਿਸਟਰੀ ਨਾਲ ਮਿਲ ਗਈ ਤੇ ਟਾਈਮ ਤੇ ਤਹਿਸੀਲਦਾਰ ਬੈਠਾ, ਸਭ ਕੁਝ ਓਕੇ ਆ ਤੇ ਪਟਵਾਰਖਾਨੇ ਵੀ ਸੁਣਵਾਈ ਆ, ਅਫਸਰ ਡਿਊਟੀਆਂ ਤੇ ਬੈਠੇ ਆ, ਵਧੀਆ ਕੰਮ ਕਰ ਰਹੇ ਆ। ਜਾਣੀ ਲੋਕਾਂ ਨੂੰ ਅਚੰਭਾ ਜਿਹਾ ਲੱਗਿਆ ਪਿਆ, ਤਾਂ ਹੀ ਇੰਨੀਆਂ ਕਾਲਾਂ, ਮੈਨੂੰ 3000 ਕਾਲ ਆ ਚੁੱਕੀ ਘੱਟੋ ਘੱਟ ਤੇ ਲੋਕ ਅਚੰਭੇ ਦੇ ਵਿੱਚ ਆ ਵੀ ਐ ਹੋ ਗਿਆ, ਹੋ ਸਕਦਾ ਸੀ ਐ। ਤੇ ਤੁਸੀਂ ਅਚੰਭਤ ਹੋ ਕੇ ਜਿਹੜੇ ਉੱਥੇ ਅਧਿਕਾਰੀ ਸੀ ਜਾਂ ਮੁਲਾਜ਼ਮ ਸੀ ਉਹਨਾਂ ਨੂੰ ਨਹੀਂ ਪੁੱਛਿਆ ਵੀ ਜਾਦੂ ਕਿਵੇਂ ਹੋ ਗਿਆ ਬਈ ਦਫ਼ਤਰ ਤੇ ਹੋਈ ਹੈ, ਤੁਸੀਂ ਵੀ ਸਾਰੇ ਉਹੀ? ਦੇਖੋ ਜੀ ਮੁਲਾਜ਼ਮਾਂ ਤਾਂ ਗੱਲ ਕੀਤੀ ਨਹੀਂ, ਉਹਦਾ ਆਪਾਂ ਨੂੰ ਹੀ ਪਤਾ ਜੀ। ਜਦੋਂ ਉੱਪਰੋਂ ਨੀਤ ਸਾਫ਼ ਹੋਵੇ ਕੁਝ ਕਰਨ ਦੀ ਤੇ ਜਾਂ ਉਤੋਂ ਲੋਕਾਂ ਨੂੰ ਆਈਆਂ ਵੀ ਭਗਵੰਤ ਮਾਨ ਇਮਾਨਦਾਰ ਆ, ਭਗਵੰਤ ਮਾਨ ਨੇ ਵੀ ਇੰਟਰੈਕਸ਼ਨ ਦਿੱਤੀਆਂ ਅਫਸਰਾਂ ਨੂੰ ਕਿ ਪ੍ਰੋਪਰ ਟਾਈਮ ਤੇ ਬੈਠੋ, ਕੰਮ ਕਰੋ, ਨਹੀਂ ਸਖਤੀ ਹੋਊ ਤੇ ਮੁਲਾਜ਼ਮ ਨੂੰ ਵੀ ਡਰ ਹੁੰਦਾ ਹੀ ਹੈ। ਤੇ ਹੁਣ ਗਾਂ ਹੀ ਸਮਾਂ ਦੱਸੂਗਾ। ਫਿਲਹਾਲ ਤਾਂ ਵਧੀਆ ਚੱਲਿਆ, ਸਟਾਰਟਿੰਗ ਵਧੀਆ ਹੋਈ ਆ। ਜੇ ਇਸੇ ਤਰ੍ਹਾਂ ਹੀ ਐਂਡ ਤੱਕ ਹੁੰਦਾ ਰਿਹਾ ਕੰਮ ਤਾਂ ਲੋਕਾਂ ਦੀਆਂ ਉਮੀਦਾਂ ਤੇ ਪੂਰਾ ਲੱਗਦਾ ਵੀ ਖਰੇ ਉਤਰ ਜਾਣਗੇ। ਨਹੀਂ ਤਾਂ ਫਿਰ ਪੰਜਾਬ ਵਾਸੀ ਹੈ ਜੀ, ਜੇ ਨਾ ਕੰਮ ਕਰਨਗੇ ਫਿਰ ਤੁਹਾਨੂੰ ਪਤਾ ਹੀ ਹੈ ਜੀ। ਤੁਹਾਨੂੰ ਲੱਗਦਾ ਕਿ ਪਹਿਲਾ ਕੰਮ ਹੁਣ ਇਹ ਕਰਨਾ ਚਾਹੀਦਾ ਕਿ ਜਿਹੜੇ ਮੁਲਾਜ਼ਮ ਰੁਲਦੇ ਫਿਰਦੇ ਆ ਉਹਨਾਂ ਦੀ ਸੁਣਵਾਈ ਕਰਨੀ, ਉਹਨਾਂ ਦੀ ਸੁਣਵਾਈ ਕੀਤੀ ਜਾਵੇ, ਪ੍ਰੋਪਰ ਭਰਤੀ ਕੀਤੀ ਜਾਵੇ। ਜਿਹੜੇ ਕੱਚੇ ਮੁਲਾਜ਼ਮ ਪਹਿਲਾਂ ਭਰਤੀ ਕੀਤੇ ਹੋਏ ਆ ਉਹਨਾਂ ਨੂੰ ਪਹਿਲ ਦਿੱਤੀ ਜਾਵੇ।
2 ਨੰਬਰ ਮੈਡਮ ਆਪਾਂ ਮੁਲਾਜ਼ਮਾਂ ਤੇ ਵੀ ਦੋਸ਼ ਲਾ ਦਿੰਦੇ ਆ ਕਿ ਉਹ ਕਰਪਸ਼ਨ ਕਰਦੇ ਆ। ਕਸੂਰ ਉਹਨਾਂ ਦੇ ਵੀ ਨਹੀਂ। ਹੁਣ ਪਟਵਾਰੀਆਂ ਦੀਆਂ 400 ਦੇ ਕਰੀਬ ਅਸਾਮੀਆਂ ਖਾਲੀ ਪਈਆਂ। ਇੱਕ ਪਟਵਾਰੀ ਨੂੰ 7-7 ਹਲਕਿਆਂ ਦਾ ਚਾਰਜ ਦਿੱਤਾ ਹੋਇਆ। ਹੁਣ ਪ੍ਰੋਬਲਮ ਕੀ ਆਉਣੀ ਆ, ਲੋਕਾਂ ਨੇ ਖੱਜਲ ਹੋਣਾ। ਲੋਕੀ ਰੋਲਣਗੇ, ਕਿਉਂ ਰੋਲਣਗੇ? ਪਟਵਾਰੀ ਇਕੱਲਾ ਕੰਮ ਕਰੂਗਾ, 7 ਸਰਕਲ ਦਾ ਇੱਕ ਪਟਵਾਰੀ ਦੇ ਕੋਲੇ ਚਾਰਜ ਆ। ਇੱਕ ਪਟਵਾਰੀ 7 ਸਰਕਲਾਂ ਦਾ ਕੰਮ ਕਿਵੇਂ ਕਰ ਸਕਦਾ? ਉਹ ਲੋਕਾਂ ਨੂੰ ਜਿਹੜਾ ਕੰਮ ਕਰਨ ਜਾਣਗੇ ਉਹਨਾਂ ਨੂੰ 15-20 ਦਿਨ ਦਾ ਵੇਟਿੰਗ ਟਾਈਮ ਦੇਣਗੇ ਤੇ ਲੋਕ ਖੱਜਲ ਹੋਣਗੇ। ਉੱਥੇ ਵੀ ਇਹਨਾਂ ਨੂੰ ਪਹਿਲਾਂ ਪਟਵਾਰੀਆਂ ਦੀਆਂ ਪੋਸਟਾਂ ਭਰਨੀਆਂ ਪੈਣੀਆਂ ਤਾਂ ਕਿ ਪ੍ਰੋਪਰ ਉਹਨਾਂ ਨੂੰ ਹਰ ਇੱਕ ਜੌਬ ਦੇ ਉੱਤੇ ਇੱਕ ਪਟਵਾਰੀ ਹੋਵੇ ਤੇ ਜਾਂ ਸਰ ਕੰਮ ਹੋਵੇ, ਕਿਉਂਕਿ ਪੋਸਟਾਂ ਬਹੁਤ ਖਾਲੀ ਪਈਆਂ ਸਾਰੇ ਡਿਪਾਰਟਮੈਂਟਾਂ ਦੇ ਵਿੱਚ। ਔਰ ਸਰਕਾਰ ਨੂੰ ਮੈਨੂੰ ਲੱਗਦਾ ਹੈ ਕਿ ਸਾਰੀਆਂ ਇੱਕਦਮ ਪੋਸਟਾਂ ਭਰਨੀਆਂ ਪੋਸੀਬਲ ਨਹੀਂ ਲੱਗਦੀਆਂ। ਤੇ ਭਗਵੰਤ ਮਾਨ ਜੀ ਨੂੰ ਅਪੀਲ ਆ ਵੀ ਪਹਿਲਾਂ ਪੋਸਟਾਂ ਵੀ ਭਰੋ, ਫਿਰ ਮੁਲਾਜ਼ਮਾਂ ਤੇ ਥੋੜੀ ਜਿਹੀ ਸਖਤੀ ਵੀ ਹੋਵੇ। ਜਿਹੜਾ ਕੰਮ ਨਹੀਂ ਕਰਦਾ ਜਾਂ ਰਿਸ਼ਵਤਖੋਰੀ ਕਰਦਾ ਜਾਂ ਡਿਲੇ ਕਰਦਾ, ਇਹ ਸਸਪੈਂਡ ਨਾਲ ਮੈਨੂੰ ਲੱਗਦਾ ਵੀ ਤਾਣੀ ਇੰਨੀ ਵਿਗੜੀ ਹੋਈ ਆ, ਸਸਪੈਂਡ ਨਾਲ ਵੀ ਕੰਮ ਨਹੀਂ ਬਣਨਾ। ਡਿਸਮਿਸ ਕਰਨੇ ਪੈਣੇ ਆ ਔਰ ਨਵਿਆਂ ਨੂੰ ਮੌਕਾ ਦੇਣਾ ਪੈਣਾ। ਔਰ ਜਿਹੜੇ ਸਹੀ ਮੁਲਾਜ਼ਮ ਕੰਮ ਕਰਦੇ ਆ ਉਹਨਾਂ ਤੇ ਸਖਤੀ ਨਾ ਕੀਤੀ ਜਾਵੇ, ਉਹਨਾਂ ਨੂੰ ਸਗੋਂ ਐਪਰੀਸ਼ੀਏਟ ਕੀਤਾ ਜਾਵੇ। ਤੁਹਾਨੂੰ ਲੱਗਦਾ ਕਿ ਜਿਹੜਾ ਇਹ ਬਦਲਾਅ ਸ਼ੁਰੂ ਹੋਇਆ ਇੱਕ ਪੋਜ਼ਿਟਿਵ ਪਾਸੇ ਜਾ ਰਿਹਾ ਹੈ, ਪੰਜਾਬ ਇੱਕ ਪੋਜ਼ਿਟਿਵ ਪਾਸੇ ਜਾ ਰਿਹਾ ਹੁਣ? ਹਾਂਜੀ, ਕਿਉਂਕਿ ਲੋਕ ਬਹੁਤ ਪੱਕੇ ਪਏ ਸੀ। ਲੋਕਾਂ ਨੂੰ ਕੋਈ ਸਮਝ ਨਹੀਂ ਸੀ ਆ ਰਹੀ ਵੀ ਸਾਡਾ ਕੌਣ ਬਾਂਹ ਫੜੂਗਾ। ਕਿਸੇ ਪਾਸੇ ਜਾ ਵੜੋ, ਲੋਕਾਂ ਦਾ ਗਲਾ ਘੁੱਟਿਆ ਜਾ ਰਿਹਾ ਸੀ। ਹਰ ਇੱਕ ਪਾਸਿਓਂ ਪ੍ਰਾਈਵੇਟ ਡਾਕਟਰਾਂ ਕੋਲੇ ਚਲੇ ਜਾਓ, ਉੱਥੇ ਵੀ ਲੁੱਟ ਆ, ਉੱਥੇ ਕੋਈ ਕੰਟਰੋਲ ਨਹੀਂ। ਮੈਡੀਕਲ ਸ਼ਾਪਾਂ ਤੇ ਕੋਈ ਦਵਾਈਆਂ ਦਾ ਕੰਟਰੋਲ ਨਹੀਂ। ਇੱਕ ਪੱਤੇ ਦੇ 80 ਰੁਪਏ ਪ੍ਰਿੰਟ ਆ, ਉਹ 10 ਰੁਪਏ ਦਾ ਆਉਂਦਾ। ਉਹ ਬਿਜਲੀ ਦਾ ਲੈ ਲਓ, ਦੇਖੋ ਪਹਿਲਾਂ 100 ਵਾਟ ਦਾ ਬਲਬ ਹੁੰਦਾ ਸੀ, ਉਸ ਤੋਂ ਬਾਅਦ CLF ਆ ਗਏ ਜਿਹੜੇ ਕਹਿੰਦੇ ਬਹੁਤ ਘੱਟ ਲਾਈਟ ਖਾਂਦੇ ਆ। ਬਿੱਲ ਉਦੋਂ ਦੁੱਗਣੇ ਤਿੱਗਣੇ ਆਉਣ ਲੱਗ ਗਏ। ਜਿਹੜਾ ਮੀਟਰ ਨਵਾਂ ਲੱਗਦਾ ਉਹ ਫਾਸਟ ਤੇਜ਼ ਚੱਲਦਾ, ਉਹਨੂੰ ਤੇਜ਼ ਕਰਕੇ ਚਲਾਇਆ ਜਾਂਦਾ। ਹੋਰ ਨਵਾਂ ਆਉਂਦਾ ਸਾਲ ਬਾਅਦ, ਉਹਨੂੰ ਹੋਰ ਤੇਜ਼ ਕਰਕੇ ਲਾ ਦਿੰਦੇ ਆ। ਔਰ ਸਾਰਾ ਭਾਰ ਲੋਕਾਂ ਤੇ ਪੈ ਰਿਹਾ। ਔਰ ਲੋਕ ਪਿੰਜੇ ਪਏ ਸੀ, ਪਿੰਜੇ ਬਹੁਤ ਦੁਖੀ ਸੀ। ਲੋਕਾਂ ਨੂੰ ਸਮਝ ਨਹੀਂ ਸੀ ਆ ਰਹੀ। ਜਿਹੜਾ ਇਹ ਆਪ ਨੂੰ 92 ਸੀਟਾਂ ਮਿਲੀਆਂ, ਇਹਦਾ ਕਾਰਨ ਵੀ ਇੱਕ ਇਹੀ ਬਣਿਆ ਕਿ ਲੋਕਾਂ ਨੂੰ ਇੱਕ ਉਮੀਦ ਜਾਗੀ ਦਿੱਲੀ ਦਾ ਮਾਡਲ ਦੇਖ ਕੇ ਵੀ ਸ਼ਾਇਦ ਸਾਡੀ ਬਾਂਹ ਆਪ ਪਾਰਟੀ ਫੜੇ, ਸਾਨੂੰ ਕੁਝ ਰਾਹਤ ਦੇਵੇ। ਹੁਣ ਇਹ ਸਮਾਂ ਦੱਸੂਗਾ ਜੀ, ਥੋੜਾ ਜਿਹਾ ਸਮਾਂ ਲੰਘ ਲੈਣ ਦਿਓ ਤੇ ਕੀ ਇਸ ਤਰ੍ਹਾਂ ਹੀ ਕੰਟੀਨਿਊ ਚੱਲਦਾ। ਜੇ ਇਸ ਤਰ੍ਹਾਂ ਹੀ ਕੰਟੀਨਿਊ ਚੱਲਿਆ ਫਿਰ ਤਾਂ ਜੀ ਬਹੁਤ ਇਹ ਆਪਣੇ ਪੰਜਾਬ ਪੈਰਾਂ ਤੇ ਖੜ ਸਕਦਾ ਤੇ ਲੋਕਾਂ ਨੂੰ ਕੁਝ ਰਾਹਤ ਮਿਲ ਸਕਦੀ ਹੈ। ਪ੍ਰਾਈਵੇਟ ਸਕੂਲਾਂ ਦਾ ਮੁੱਦਾ ਬਹੁਤ ਉੱਠਿਆ ਜੀ, ਲੁੱਟ ਦਾ। ਸਰਕਾਰਾਂ ਨੇ ਕੋਈ ਸੁਣਵਾਈ ਨਹੀਂ ਕੀਤੀ। ਈਵਨ ਕਿ ਪਿਛਲੀ ਸਰਕਾਰ ਦੇ ਵਿੱਚ MLA ਵੀ ਰੋਂਦੇ ਰਹੇ, ਪਿੱਟਦੇ ਰਹੇ, ਸਾਡੀ ਸੁਣਵਾਈ ਨਹੀਂ ਹੁੰਦੀ। ਜਦੋਂ ਦੇਖੋ ਇੱਕ MLA ਦੀ ਸੁਣਵਾਈ ਨਹੀਂ ਹੁੰਦੀ ਤੇ ਆਮ ਲੋਕਾਂ ਨੂੰ ਤੁਸੀਂ ਕਿਵੇਂ ਸੋਚ ਸਕਦੇ ਆ ਵੀ ਇੱਕ ਆਮ ਲੋਕ ਦੀ ਸੁਣਵਾਈ ਹੋ ਜੂ? ਕੈਪਟਨ ਸਾਹਿਬ ਕਿਸੇ ਹਲਕੇ ਦੇ ਵਿੱਚ ਆਏ ਹੀ ਨਹੀਂ ਔਰ ਕੇਂਦਰੀ ਹਾਈ ਕਮਾਂਡ ਨੇ ਨੋਟਿਸ ਲਿਆ ਹੀ ਨਹੀਂ ਰਾਹੁਲ ਗਾਂਧੀ ਜੀ ਨੇ ਕਿ ਮੇਰਾ CM 4.5 ਸਾਲ ਨਹੀਂ ਵਰਕ ਕਰ ਰਿਹਾ, ਨਹੀਂ ਹਲਕੇ 'ਚ ਜਾ ਰਿਹਾ। ਰਾਹੁਲ ਗਾਂਧੀ ਜੀ ਵੀ ਚੁੱਪ ਰਹੇ। ਅਖੀਰਲੇ 6 ਮਹੀਨੇ ਆ ਕੇ ਫਿਰ ਉਹੀ ਲੋਲੀਪੌਪ ਦੇਣ ਦੀ ਕੋਸ਼ਿਸ਼ ਕੀਤੀ ਤੇ ਲੋਕ ਸੋਸ਼ਲ ਮੀਡੀਆ ਰਾਹੀਂ ਇਹਨਾਂ ਗੱਲਾਂ ਨੂੰ ਸਮਝਣ ਲੱਗ ਗਏ ਕਿ ਇਹ ਸਾਨੂੰ ਬੇਵਕੂਫ ਬਣਾ ਕੇ ਵੋਟਾਂ ਲੈ ਲੈਂਦੇ ਆ, ਕਰਦੇ ਕੁਛ ਨਹੀਂ। ਤੇ ਇਹਨਾਂ ਦੋਵਾਂ ਪਾਰਟੀਆਂ ਤੋਂ ਅੱਕੇ ਹੋਏ ਲੋਕਾਂ ਨੇ ਤੀਜੀ ਪਾਰਟੀ ਨੂੰ ਪਹਿਲ ਦਿੱਤੀ, ਇੰਨੀ ਮੈਜੋਰਟੀ ਦਿੱਤੀ। ਤੁਸੀਂ ਸਮਝ ਸਕਦੇ ਆ ਵੀ ਲੋਕ ਦੇਖੋ ਇੰਨਾ ਫਤਵਾ ਦੇਣਾ ਕੋਈ ਨਿੱਕੀ ਗੱਲ ਨਹੀਂ। ਤੁਹਾਨੂੰ ਕੀ ਲੱਗਦਾ ਇਸ ਵਕਤ ਬਹੁਤ ਸਾਰੇ ਇਸ਼ੂਜ਼ ਨੇ ਪੰਜਾਬ ਤੇ, ਬਹੁਤ ਸਾਰੇ ਮਸਲੇ ਨੇ, ਬਹੁਤ ਸਾਰੀਆਂ ਸਮੱਸਿਆਵਾਂ ਨੇ। ਸਭ ਤੋਂ ਵੱਡਾ ਅਹਿਮ ਮਸਲਾ ਕਿਹੜਾ ਮੁੱਦਾ ਜਿਹਨੂੰ ਤੁਰੰਤ ਹੱਲ ਕਰਨ ਦੀ ਲੋੜ ਹੈ, ਜਿਹਦੇ ਤੇ ਬਹੁਤ ਜ਼ੋਰ ਦਿੱਤੇ ਜਾਣ ਦੀ ਵੀ ਲੋੜ ਹੈ? ਜਸਮੀਤ ਜੀ, ਇੱਕ ਮਸਲਾ ਨਹੀਂ, ਮਸਲੇ ਤਾਂ ਅਨੇਕਾਂ ਹੀ ਖੜੇ ਆ। ਕਿਉਂਕਿ ਭਗਵੰਤ ਮਾਨ ਜੀ ਨੂੰ ਵੀ ਇਹ ਰਾਹ ਸੌਖਾ ਨਹੀਂ। ਕੰਮ ਹੀ ਤਾਣੀ ਇੰਨੀ ਵਿਗੜੀ ਹੋਈ ਆ, ਇਹਨੂੰ ਸੁਲਝਾਉਣ ਲਈ ਟਾਈਮ ਚਾਹੀਦਾ। ਤੇ ਮੈਂ ਲੋਕਾਂ ਨੂੰ ਬੇਨਤੀ ਕਰਦਾ ਵੀ ਇੰਨੀ ਜਲਦੀ ਮੈਂ ਕਹੋ ਵੀ ਕੋਈ ਜਾਦੂ ਦੀ ਛੜੀ ਤਾਂ ਹੈ ਨਹੀਂ ਵੀ ਭਗਵੰਤ ਮਾਨ 2-4 ਦਿਨ 'ਚ ਹੀ ਇੰਨਾ ਕੁਛ ਕਰ ਦੂ। ਥੋੜਾ ਟਾਈਮ ਜ਼ਰੂਰ ਲੱਗੂਗਾ। ਸਭ ਤੋਂ ਵੱਡਾ ਮੁੱਦਾ ਇੱਕ ਨਸ਼ਾ, ਜਿਹੜਾ ਘਰ ਘਰ ਸਾਡੇ ਕੱਲ੍ਹ ਹੀ ਮੋਗੇ ਦੇ ਵਿੱਚ ਸੋਢੀ ਨਗਰ 4 ਨੰਬਰ ਗਲੀ ਦੇ ਵਿੱਚ ਇੱਕ ਨੌਜਵਾਨ ਚਿੱਟਾ ਖਾ ਕੇ ਮਰਿਆ। ਠੀਕ ਹੈ ਜੀ, ਚਿੱਟਾ ਸ਼ਰੇਆਮ ਵਿਕਦਾ ਰਿਹਾ, ਨਹੀਂ ਸਰਕਾਰਾਂ ਨੇ ਕੰਟਰੋਲ ਕੀਤਾ। ਤੇ ਪਹਿਲਾਂ ਭਗਵੰਤ ਮਾਨ ਜੀ ਨੂੰ ਇਹੀ ਬੇਨਤੀ ਹੈ ਕਿ ਪਹਿਲਾਂ ਇਹ 'ਤੇ ਕੰਟਰੋਲ ਕੀਤਾ ਜਾਵੇ। 2 ਨੰਬਰ, ਪੰਜਾਬ ਦੇ ਵਿੱਚ ਵਾਤਾਵਰਨ ਨੂੰ ਸਾਫ਼ ਰੱਖਣ ਲਈ, ਪ੍ਰਦੂਸ਼ਣ ਨੂੰ ਸਾਫ਼ ਕਰਨ ਲਈ ਦਰਖਤ ਲਾਉਣ ਲਈ ਬਹੁਤ ਜ਼ਿਆਦਾ ਜ਼ਰੂਰ ਆ। ਦਰਖਤ ਲਾ ਦਿੱਤੇ ਜਾਂਦੇ ਆ ਪਰ ਉਹਨਾਂ ਨੂੰ ਪਾਲਿਆ ਨਹੀਂ ਜਾਂਦਾ। ਦਰਖਤਾਂ ਨੂੰ ਖੜੇ ਕਰਨ ਵਾਸਤੇ, ਪਾਲਣ ਵਾਸਤੇ ਸਭ ਤੋਂ ਵੱਡਾ ਪਹਿਲਾ ਸਟੈਪ ਚੱਕਣਾ ਪਊ, ਅਵਾਰਾ ਪਸ਼ੂਆਂ ਨੂੰ ਹੱਲ ਕਰਨਾ ਪਊ। ਜਿਹੜੇ ਗੁੱਜਰ
100 ਮੈਂ 200 ਮੱਝਾਂ ਲੈ ਕੇ ਰੋਡ ਦੇ ਉੱਤੇ ਫਿਰਦੇ ਆ, ਉਹ ਲੱਗੇ ਹੋਏ ਦਰਖਤਾਂ ਨੂੰ ਖਾ ਜਾਂਦੇ ਆ। ਉਹਨਾਂ ਨੂੰ ਵੀ ਸਖਤੀ ਕੀਤੀ ਜਾਵੇ, ਉਹਨਾਂ ਨੂੰ ਹੀ ਰੋਕਿਆ ਜਾਵੇ। ਤੇ ਜੰਗਲਾਤ ਮਹਿਕਮੇ ਦੇ ਕੋਲੇ ਮੁਲਾਜ਼ਮ ਹੀ ਹੈ ਨਹੀਂ ਮੈਡਮ ਦਰਖਤ ਲਾਉਣ ਨੂੰ। ਮੇਰੀ ਕਈ ਵਾਰ ਬਲਾਕ ਅਫਸਰਾਂ ਨਾਲ ਗੱਲ ਵੀ ਹੋਈ ਆ, ਉਹ ਕਹਿੰਦੇ ਸਾਡੇ ਕੋਲੇ ਮੁਲਾਜ਼ਮ ਹੀ ਹੈ ਨਹੀਂ, ਇਹ ਦਰਖਤ ਲਾਈਏ ਕਿੱਥੋਂ। ਮੋਗੇ ਦੇ ਵਿੱਚ 20 ਕਿਲੋਮੀਟਰ ਡਰੇਨ ਲੰਘਦੀ ਆ ਜੀ, ਸਰਕਾਰੀ ਡਰੇਨ ਜਮਾਂ ਖਾਲੀ ਪਈ ਆ, ਕੋਈ ਦਰਖਤ ਨਹੀਂ ਲੱਗਿਆ। ਔਰ 120 ਨਿੰਮਾਂ ਮੈਂ ਲਾਈਆਂ ਜੀ, ਮੈਨੂੰ ਇੱਕ ਸ਼ੌਂਕ ਆ ਦਰਖਤ ਲਾਉਣ ਦਾ। ਔਰ 25-25 ਫੁੱਟ ਦੀਆਂ ਨਿੰਮਾਂ ਹੋਈਆਂ ਖੜੀਆਂ, ਮੈਂ ਧੁੱਪੇ ਜਾ ਕੇ ਵੀ ਪਾਣੀ ਪਾਉਂਦਾ ਰਿਹਾ ਡਰੇਨ ਚੋਂ ਕੱਢ ਕੇ। ਤੇ 120 ਨਿੰਮਾਂ ਮੇਰੀਆਂ ਤਿਆਰ ਕੀਤੀਆਂ ਖੜੀਆਂ ਡਰੇਨ ਦੇ ਉੱਤੇ। ਤੇ ਜੇ ਮੈਡਮ ਮੈਂ ਤਾਂ ਇੱਕ ਦਰਖਤ ਖੜੇ ਕਰ ਸਕਦਾ, ਸਰਕਾਰ ਕਿਉਂ ਨਹੀਂ ਖੜੇ ਕਰ ਸਕਦੀ? ਮਤਲਬ ਇਹ ਕਿ ਇੱਕ ਨਿਸ਼ਚੇ ਦੀ ਘਾਟ ਹੋ ਗਈ। ਨਿਸ਼ਚੇ ਨਹੀਂ, ਕਿਸੇ ਮੈਨੂੰ ਲੱਗਦਾ ਪਾਰਟੀ ਨੇ ਇਹਨਾਂ ਪਾਸੇ ਧਿਆਨ ਦਿੱਤਾ ਹੀ ਨਹੀਂ। ਜੀਡੀ ਰੋਡ ਹਾਈਵੇ ਨਵੇਂ ਬਣੇ, ਸਰਕਾਰ ਨੂੰ ਦਰਖਤ ਪੱਟਣੇ ਪਏ, ਪਰ ਲਾਉਣੇ ਕਿਹਨੇ ਸੀ? ਦੇਖੋ ਸਾਰੇ ਰੋਡ ਖਾਲੀ ਪਏ ਆ, ਕੋਈ ਦਰਖਤ ਨਹੀਂ ਲੱਗਾ। ਸਾਰੀਆਂ ਸਰਕਾਰੀ ਡਰੇਨਾਂ ਖਾਲੀ ਪਈਆਂ, ਉੱਥੇ ਦਰਖਤ ਲੱਗ ਸਕਦੇ ਆ। ਇੱਕ ਭਗਵੰਤ ਮਾਨ ਜੀ ਨੂੰ ਬੇਨਤੀ ਹੈ ਵੀ ਦਰਖਤਾਂ ਵਾਲੇ ਗ੍ਰੀਨਰੀ ਵਾਲੇ ਪਾਸੇ ਵੀ ਧਿਆਨ ਦਿੱਤਾ ਜਾਵੇ, ਅਵਾਰਾ ਪਸ਼ੂਆਂ ਨੂੰ ਕੰਟਰੋਲ ਕੀਤਾ ਜਾਵੇ। ਕਿੰਨੀਆਂ ਮੌਤਾਂ ਹੋ ਚੁੱਕੀਆਂ। ਅਸੀਂ ਗਊ ਸੈਸ ਦਿੰਦੇ ਆ, ਜਦੋਂ ਬਿਜਲੀ ਬਿੱਲ ਆਉਂਦੇ ਆ, ਅਸੀਂ ਸਾਡੇ ਤੇ ਗਊ ਸੈਸ ਲਾਇਆ ਗਿਆ ਅਵਾਰਾ ਪਸ਼ੂਆਂ ਨੂੰ ਕੰਟਰੋਲ ਕਰਨ ਵਾਸਤੇ, ਸਾਂਭਣ ਵਾਸਤੇ। ਉਹ ਗਊ ਸੈਸ ਕਿੱਥੇ ਜਾਂਦਾ? ਉਹ ਗਊ ਸੈਸ ਨੂੰ ਗਊਆਂ ਵਾਸਤੇ ਵਰਤਿਆ ਜਾਵੇ। ਤੇ ਬੇਨਤੀ ਹੈ ਵੀ ਉਹ ਗਊਆਂ ਨੂੰ ਸਾਂਭਿਆ ਜਾਵੇ, ਉਹਨਾਂ ਦੀ ਸੇਵਾ ਸੰਭਾਲ ਕੀਤੀ ਜਾਵੇ, ਉਹਨਾਂ ਦੀ ਨਸਬੰਦੀ ਕੀਤੀ ਜਾਵੇ। ਤੇ ਇਹ ਇੱਕ ਬਹੁਤ ਵੱਡਾ ਮੁੱਦਾ। ਤੀਜਾ ਮੁੱਦਾ ਜਿਹੜਾ ਸਭ ਤੋਂ ਹੋਰ ਵੀ ਮੇਨ ਮੁੱਦੇ ਆ ਜੀ, ਮੇਨ ਰੋਡ ਸੜਕਾਂ ਬਣਦੀਆਂ। ਮੈਂ ਇੱਕ ਕੁਐਸਚਨ ਕਰਨਾ ਚਾਹੁੰਦਾ ਕਿ ਇੱਕ ਮੋਗਾ ਕੋਟਕਪੂਰਾ ਰੋਡ ਹਾਈਵੇ ਬਣੇ ਨੂੰ 22 ਸਾਲ ਹੋ ਗਏ, ਭਗਵੰਤ ਮਾਨ ਜੀ 22 ਸਾਲ। ਔਰ ਇੱਕ ਵਾਰ ਰੋਡ ਬਣਿਆ, ਇੱਕ ਟੋਆ ਵੀ ਹੈ ਨਹੀਂ। ਤੇ ਸਰਕਾਰੀ ਸੜਕ 2 ਸਾਲਾਂ 'ਚ ਕਿਵੇਂ ਟੁੱਟ ਜਾਂਦੀ ਹੈ? ਇਹ ਪੁੱਛੋ ਜਿਨ੍ਹਾਂ ਦੀਆਂ ਜ਼ਿੰਮੇਵਾਰੀਆਂ ਤੈਅ ਕੀਤੀਆਂ ਜਾਣ, ਜਿਹੜੇ ਸੜਕ ਬਣਾਉਂਦੇ ਆ, PWD ਡਿਪਾਰਟਮੈਂਟ, ਮੰਡੀ ਬੋਰਡ, ਕਿ ਜਿਹੜੇ ਅਫਸਰ ਨੇ ਸੜਕ ਨੀਵੀਂ ਬਣਾਈ ਜਾਂ ਉਹਦਾ ਮਟੀਰੀਅਲ ਘਟੀਆ ਵਰਤਿਆ, ਉਹਨਾਂ ਨੂੰ ਡਿਸਮਿਸ ਕਰੋ। ਸਸਪੈਂਡ ਨਾਲ ਗੱਲ ਨਹੀਂ ਬਣਨੀ ਤੇ ਨਵਿਆਂ ਨੂੰ ਮੌਕੇ ਦਿਓ। ਦੇਖੋ ਜੀ, ਮੇਨ ਆਪਣਾ ਉਹਦੀ ਦੇਖਭਾਲ ਕਰਦੇ ਆ ਰੋਡ ਵਾਲੇ, ਆਪਣੇ ਮੋਗਾ ਕੋਟਕਪੂਰ ਵਾਲੇ। 22 ਸਾਲ ਸੜਕ ਨਹੀਂ ਟੁੱਟੀ। ਜਿਹੜੀਆਂ ਸੜਕਾਂ ਬਣਾ ਦਿੱਤੀਆਂ ਜਾਂਦੀਆਂ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ, ਉੱਥੋਂ ਕਨੈਕਸ਼ਨ ਜਦੋਂ ਲੈਂਦੇ ਆ ਪਾਣੀ ਦੇ, ਉਹ ਉਸੇ ਤਰ੍ਹਾਂ ਹੀ ਟੋਏ ਪਏ ਰਹਿੰਦੇ ਆ। ਮੇਨ ਹੋਲਾਂ ਦੇ ਦੁਆਲੇ ਵੀ ਟੋਏ ਪਏ ਰਹਿੰਦੇ ਆ। ਉਹ ਕਿਹਨੇ ਭਰਨੇ ਆ? ਜੇ ਉਹਨਾਂ ਨੂੰ ਤੁਰੰਤ ਨਾਲ ਰਿਪੇਅਰ ਕੀਤਾ ਜਾਵੇ ਨਾਲ ਦੀ ਨਾਲ, ਤੇ ਉਹ ਵੀ ਸੜਕਾਂ 15-15 ਸਾਲ 20-20 ਸਾਲ ਚੱਲ ਸਕਦੀਆਂ ਤੇ ਸਰਕਾਰ ਦਾ ਲੱਖਾਂ ਕਰੋੜਾਂ ਰੁਪਈਆ ਬਚ ਸਕਦਾ। ਸਿਰਫ ਜ਼ਿੰਮੇਵਾਰੀ ਤੈਅ ਕਰਨ ਦੀ ਲੋੜ ਆ। ਬਾਕੀ ਮੁਲਾਜ਼ਮ ਤਾਂ ਰਬੜ ਵਾਂਗੂ ਆ ਜੀ, ਜਿਵੇਂ ਸਰਕਾਰ ਚਲਾਉਣੀ ਚਾਹੁੰਦੀ ਆ ਉਵੇਂ ਉਹ ਚਲਾ ਲੈਂਦੇ ਆ। ਨੌਕਰੀ ਕਰਨੀ ਹੁੰਦੀ ਆ, ਉਹ ਕੀ ਕਰਨ? ਬਾਕੀ ਤੁਹਾਨੂੰ ਸਾਰਾ ਕੁਝ ਪਤਾ ਹੀ ਆ ਜੀ। ਬਿਲਕੁਲ। ਤੁਹਾਡੀ ਆਡੀਓ ਨੂੰ ਲੈ ਕੇ ਕੇਜਰੀਵਾਲ ਸਾਹਿਬ ਨੇ ਵੀ ਟਵੀਟ ਕੀਤਾ ਹੈ। ਤੁਸੀਂ ਆਪਣੇ ਵੱਲੋਂ ਕੇਜਰੀਵਾਲ ਸਾਹਿਬ ਨੂੰ ਜਾਂ ਭਗਵੰਤ ਮਾਨ ਸਾਹਿਬ ਨੂੰ, ਆਮ ਆਦਮੀ ਪਾਰਟੀ ਨੂੰ ਕੋਈ ਅਪੀਲ ਕਰਨਾ ਚਾਹੋਗੇ? ਅਪੀਲਾਂ ਤਾਂ ਮੈਂ ਜਿਹੜੇ ਤੁਹਾਨੂੰ ਮੁੱਦੇ ਦੱਸੇ ਆ ਜੀ, ਬਹੁਤ ਨਿੱਕੇ ਮੁੱਦੇ ਪਹਿਲਾਂ ਹੱਲ ਕਰਨ ਵਾਲੇ ਪਏ ਆ। ਜਿਵੇਂ ਗਨਮੈਨ ਆ ਜੀ, ਹੁਣ ਇੱਕ ਗਨਮੈਨ ਸਰਕਾਰੀ ਮੁਲਾਜ਼ਮ ਤਨਖਾਹ ਘੱਟੋ ਘੱਟ 50-70 ਹਜ਼ਾਰ ਆ, ਤੇ ਹਰ ਇੱਕ ਆਮ ਬੰਦਾ ਹੀ ਗਨਮੈਨ ਚੱਕੀ ਫਿਰਦਾ। ਦੱਸੋ ਇੱਥੇ ਕੀ ਡਰ ਆ ਪੰਜਾਬ ਦੇ ਵਿੱਚ? ਤੇ ਇੱਕ ਬੇਨਤੀ ਹੋਰ ਆ ਵੀ ਜਿਹੜਾ ਕਿਸੇ ਧਰਮ ਦੇ ਪ੍ਰਤੀ ਬੋਲਦਾ, ਪ੍ਰਕਾਰਤਾ ਵਾਲੇ ਬਿਆਨ ਦੇ ਕੇ ਤੇ ਫੇਰ ਕਹਿੰਦਾ ਕਿ ਮੇਰੀ ਤਾਂ ਜਾਨ ਨੂੰ ਖਤਰਾ ਹੈ, ਉਹ ਜਿਹੜਾ ਫਿਰ ਬੰਦਾ ਪ੍ਰਕਾਰਤ ਵਾਲੇ ਆਪ ਬਿਆਨ ਦੇ ਕੇ ਆਪਣੀ ਜਾਨ ਨੂੰ ਖਤਰਾ ਪਾਉਂਦਾ, ਪੈਦਾ ਕਰਦਾ, ਉਹਨੂੰ ਗਨਮੈਨ ਦੇਣ ਦੀ ਕੀ ਤੁੱਕ ਬਣਦੀ ਹੈ? ਜੇ ਉਹ ਗਨਮੈਨ ਲੈਣਾ ਚਾਹੁੰਦਾ ਕੋਈ ਵੀ, ਉਹਨਾਂ ਤੋਂ ਉਹਨਾਂ ਦੀ ਜਿਹੜੀ ਤਨਖਾਹ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਕਰਵਾਓ। ਜਿਹੜਾ ਸਰਕਾਰੀ ਤਨਖਾਹ ਜਮ੍ਹਾਂ ਕਰਾਉਂਦਾ, ਇੱਕ ਗਨਮੈਨ ਮੰਗਦਾ, 2 ਦਿੰਦਾ, 3 ਮੰਗਦਾ, ਉਹਨੂੰ ਦਿਓ। ਹੋਰ ਨੌਕਰੀਆਂ ਪੈਦਾ ਹੋਣਗੀਆਂ। ਪਰ ਮੁਫਤ ਦੇ ਵਿੱਚ 15-15 ਗਨਮੈਨ, 5-5 ਗਨਮੈਨ ਦੇਣੇ, 4-4 ਲੱਖ ਰੁਪਈਆ ਇੱਕ ਬੰਦੇ ਦੇ ਪਿੱਛੇ, ਉਹਦੀ ਕੋਈ ਤੁੱਕ ਬਣਦੀ ਦਿਸਦੀ ਨਹੀਂ। ਉਹੀ ਸਰਕਾਰੀ ਮੁਲਾਜ਼ਮਾਂ ਨੂੰ ਬੈਕ ਲਿਆ ਕੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਲਈ ਉਹਨਾਂ ਨੂੰ ਲਗਾਇਆ ਜਾਵੇ। ਮੁਲਾਜ਼ਮਾਂ ਨੂੰ ਰਾਤ ਨੂੰ ਤੈਨਾਤ ਕੀਤੇ ਜਾਣ। ਚੋਰੀਆਂ ਹੁੰਦੀਆਂ, ਜਿਹੜੇ ਜੁਰਮ ਹੁੰਦੇ ਆ, ਉਹਨਾਂ ਨੂੰ ਰੋਕਿਆ ਜਾਵੇ। ਤੇ ਇਹ ਗਨਮੈਨ ਦੀ ਜਿਹੜੀ ਆ ਸਟੇਟਸ ਸਿੰਬਲ ਬਣ ਗਿਆ ਅਸਲ 'ਚ ਜਸਮੀਤ ਜੀ, ਇਹ ਕਿ ਮੇਰੇ ਨਾਲ ਗਨਮੈਨ ਆ ਤੇ ਮੈਂ ਹਾਈ ਪ੍ਰੋਫਾਈਲ ਬੰਦਾ, ਹੋਰ ਡਰ ਡਰ ਕਿਸੇ ਨੂੰ ਕੁਛ ਨਹੀਂ। ਤੇ ਇਹ ਜਿਹੜਾ ਸਟੇਟਸ ਸਿੰਬਲ ਆ, ਇਹ ਵੀ ਖਤਮ ਕਰਨ ਦੀ ਲੋੜ ਆ। ਗਨਮੈਨ ਵਾਲਾ ਜਿਹੜਾ ਸਿਸਟਮ ਆ, ਇਹ ਵੀ ਬੰਦ ਕਰਨਾ ਚਾਹੀਦਾ ਤੇ ਗਨਮੈਨ ਤੁਰੰਤ ਵਾਪਸ ਲੈਣੇ ਚਾਹੀਦੇ ਆ, ਤਾਂ ਕਿ ਸਰਕਾਰੀ ਖਜ਼ਾਨੇ ਤੇ ਆਮ ਲੋਕ ਬੋਝ ਨਾ ਬਣਨ ਤੇ ਜਿਹਨੂੰ ਲੋੜ ਆ ਉਹ ਜਮ੍ਹਾਂ ਕਰਾਵੇ ਉਹਨੇ ਤਨਖਾਹ ਤੇ ਗਨਮੈਨ ਲਵੇ। ਇਹ ਵੀ ਇੱਕ ਬੇਨਤੀ ਆ ਸਰਕਾਰ ਨੂੰ ਜੀ। ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਤੇ ਸਨ ਸਾਡੇ ਨਾਲ ਸਵਰਨ ਸਿੰਘ ਗਿੱਲ, ਜਿਨ੍ਹਾਂ ਦੀ ਇੱਕ ਆਡੀਓ ਵਾਇਰਲ ਹੋਈ ਹੈ। ਭਗਵੰਤ ਮਾਨ ਦੇ ਕੰਮਾਂ ਦੀ ਤਾਰੀਫ ਕਰ ਰਹੇ ਨੇ। ਇਹ ਰਜਿਸਟਰੀ ਕਰਵਾਉਣ ਗਏ ਸੀ ਤੇ ਬੜੀ ਛੇਤੀ ਇਹਨਾਂ ਦੀ ਰਜਿਸਟਰੀ ਹੋ ਗਈ। 5 ਮਿੰਟ ਦੇ ਵਿੱਚ ਇਹਨਾਂ ਨੂੰ ਰਜਿਸਟਰੀ ਮਿਲ ਵੀ ਗਈ। ਇੱਕ ਵੱਡਾ ਚੇਂਜ ਹੈ ਜਿਹੜਾ
ਇੱਕ ਵੱਡਾ ਚੇਂਜ ਪੰਜਾਬ ਦੇ ਵਿੱਚ ਵੇਖਣ ਨੂੰ ਮਿਲਿਆ। ਜਨਤਾ ਨੂੰ ਬਹੁਤ ਸਾਰੀਆਂ ਉਮੀਦਾਂ ਨੇ। ਮਾਨ ਸਾਹਿਬ ਢੇਰ ਸਾਰੀਆਂ ਉਮੀਦਾਂ, ਐਕਸਪੈਕਟੇਸ਼ਨਸ ਜਨਤਾ ਨੂੰ, ਪੰਜਾਬ ਦੇ ਲੋਕਾਂ ਨੂੰ ਤੁਹਾਡੇ ਤੋਂ ਨੇ, ਤੇ ਨਾਲ ਹੀ ਐਕਸਪੈਕਟੇਸ਼ਨਸ ਇਹ ਵੀ ਨੇ, ਉਮੀਦਾਂ ਇਹ ਵੀ ਨੇ ਕਿ ਤੁਸੀਂ ਉਹਨਾਂ ਦੀਆਂ ਉਮੀਦਾਂ ਤੇ ਆਸਾਂ ਤੇ ਖਰੇ ਜ਼ਰੂਰ ਉਤਰੋਗੇ। ਖੈਰ, ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਚੱਲੇਗਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕਿੰਨਾ ਕੁ ਸਟੈਂਡ ਕਰਦੀ ਹੈ ਲੋਕਾਂ ਦੀਆਂ ਆਸਾਂ ਤੇ। ਕੈਮਰਾਮੈਨ ਹਰਦੀਪ ਤੇ ਸਹਿਯੋਗੀ ਜਸਵਰਮਾ ਦੇ ਨਾਲ ਮੈਂ ਜਸਮੀਤ ਕੌਰ, ਡੇਲੀ ਪੋਸਟ ਪੰਜਾਬੀ, ਮੋਗਾ।